ਸਾਹਿਬ ਕਹਿੰਦੇ ਨੇ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਦੇ ਵਿੱਚ ਕੋਈ ਦੁਖੀ ਹੈ, ਕੋਈ ਸੁਖੀ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਇੱਕ ਨਾ ਤੇ ਉਸ ਹੁਕਮੀ ਦੀ ਹੁਕਮ ਦੁਆਰਾ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ, ਆਪਣੇ ਚਰਨਾਂ 'ਚ ਥਾਂ ਦੇ ਦਿੱਤੀ, ਨੇਚਲ ਵਾਸਾ ਮਿਲ ਗਿਆ। ਪਰ ਇੱਕ ਹੁਕਮੀ ਸਦਾ ਭਵਾਈਏ, ਇੱਕ ਬਣੇ ਹੋਏ ਹੁਕਮ ਦੇ ਮੁਤਾਬਕ ਸਦਾ ਹੀ ਭਟਕਦੇ ਰਹਿੰਦੇ ਨੇ, ਸਦੀ ਵੀ ਭਟਕਦੇ ਰਹਿੰਦੇ ਨੇ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਲੰਬੀ ਯਾਤਰਾ ਦੇ ਚ ਪਏ ਰਹਿੰਦੇ ਨੇ, ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਹਮੇਸ਼ਾ ਭਵਾਈਏ ਭਵਾਈਏ ਭਵਾਲੀ ਭਾਵ ਚੱਕਰ ਵਿੱਚ। ਜਿੱਥੋਂ ਚਲਿਆ ਸੀ ਮੁੜ ਕੇ ਫਿਰ ਉੱਥੇ ਆਇਆ ਹੈ। ਜਨਮ ਹੋਇਆ ਸੀ, ਮਰਿਆ ਹੈ, ਫਿਰ ਜਨਮ ਹੋਇਆ। ਤੋ ਜਨਮ ਤੋਂ ਚਲਿਆ ਸੀ, ਫਿਰ ਜਨਮ ਤੇ ਆ ਗਿਆ, ਜਨਮ ਤੋਂ ਚਲਿਆ ਸੀ, ਫਿਰ ਜਨਮ ਤੇ ਆ ਗਿਆ। ਇਸੇ ਨੂੰ ਕਹਿੰਦੇ ਨੇ ਜਨਮ ਮਰਨ ਦਾ ਚੱਕਰ। ਜਨਮ ਹੋਇਆ ਸੀ ਤੇ ਹੁਣ ਮਰ ਗਿਆ ਤੇ ਮੁੜ ਕੇ ਫਿਰ ਜਨਮ ਨਾ ਹੋਵੇ, ਚੱਕਰ ਚੋਂ ਨਿਕਲ ਗਿਆ। ਅਗਰ ਫਿਰ ਜਨਮ ਹੋ ਗਿਆ ਤਾਂ ਜਿੱਥੋਂ ਚਲਿਆ ਸੀ ਤੇ ਫਿਰ ਉੱਥੇ ਹੀ ਆ ਗਿਆ। ਤੋ ਜਨਮ ਮਰਨ ਇੱਕ ਵਰਤੁਲ ਹੈ, ਇੱਕ ਚੱਕਰ ਹੈ। ਇਸ ਦੇ ਚੋਂ ਮਨੁੱਖ ਨਿਕਲ ਸਕੇ, ਪ੍ਰਭੂ ਨੇ ਮਰਿਆਦਾ ਬਣਾਈ ਹੈ, ਉਸ ਦੇ ਹੁਕਮ ਨੂੰ ਮੰਨ ਲੈਣਾ, ਖਿੜੇ ਮੱਥੇ ਤਸਲੀਮ ਕਰ ਲੈਣਾ, ਮਰਿਆਦਾ ਦੀ ਪਾਲਣਾ ਕਰਨਾ, ਮਨੁੱਖ ਚੱਕਰ ਦੇ ਚੋਂ ਨਿਕਲ ਜਾਂਦਾ ਹੈ। ਤੋ ਸਾਹਿਬ ਕਹਿੰਦੇ ਇੱਕ ਨਾਂ ਦੇ ਉੱਤੇ ਪ੍ਰਭੂ ਆਪਣੀ ਬਖਸ਼ਿਸ਼ ਕਰ ਦਿੰਦਾ ਹੈ, ਆਪਣੇ ਚਰਨਾਂ ਦੇ ਥਾਂ ਬਖਸ਼ਦਾ ਹੈ, ਤੇ ਇੱਕ ਉਸ ਦੇ ਬਣਾਏ ਹੋਏ ਹੁਕਮ ਦੇ ਮੁਤਾਬਕ ਹਮੇਸ਼ਾ ਹੀ ਚੱਕਰ ਦੇ ਵਿੱਚ ਪਏ ਰਹਿੰਦੇ ਨੇ, ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ। ਇੱਕ ਹੁਕਮੇ ਸਦਾ ਭਵਾਈ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਮੱਛੀ ਜਲ ਦੇ ਚ ਜਿੱਥੇ ਤੱਕ ਚਾਹੇ ਕਲੋਲ ਕਰ ਸਕਦੀ ਹੈ। ਦਰਿਆ ਦੇ ਇੱਕ ਕਿਨਾਰੇ ਤੋਂ ਲੈ ਕੇ ਦੂਸਰੇ ਕਿਨਾਰੇ ਤੱਕ ਵੀ ਜਾ ਸਕਦੀ ਹੈ। ਲੇਕਿਨ ਮੱਛਲੀ ਇਹ ਆਖੇ ਮੈਂ ਦਰਿਆ ਤੋਂ ਬਾਹਰ ਨਿਕਲ ਕੇ ਘੁੰਮਣਾ ਫਿਰਨਾ ਹੈ, ਨਹੀਂ, ਐਸਾ ਉਹ ਨਹੀਂ ਕਰ ਸਕਦੀ। ਪ੍ਰਭੂ ਨੇ ਜੋ ਮਰਿਆਦਾ ਬਣਾਈ ਹੈ, ਮਨੁੱਖ ਉਸ ਦੀ ਮਰਿਆਦਾ ਦੇ ਵਿੱਚ ਹੀ ਰਹਿ ਕੇ ਹੀ ਸਭ ਕੁਝ ਕਰ ਸਕਦਾ ਹੈ, ਉਸ ਤੋਂ ਬਾਹਰ ਨਹੀਂ। ਜੋ ਤਾਕਤ, ਜੋ ਸਮਰੱਥਾ, ਜੋ ਵੇਖਣ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਸੋਚਣ ਦੀ ਸ਼ਕਤੀ, ਚੱਲਣ ਦੀ ਸ਼ਕਤੀ ਔਰ ਕਰਨ ਦੀ ਸ਼ਕਤੀ ਜੋ ਪੂਰਨ ਪਰਮਾਤਮਾ ਨੇ ਦੇ ਦਿੱਤੀ ਹੈ, ਇਸ ਦਾ ਕੁਝ ਵੀ ਮਨੁੱਖ ਉਪਯੋਗ ਕਰ ਸਕਦਾ ਹੈ। ਜਿਸ ਪਾਸੇ ਨਦੀ ਆ ਰਹੀ ਹੈ ਉਸ ਪਾਸੇ ਮੱਛਲੀ ਜਾ ਸਕਦੀ ਹੈ, ਦੂਸਰੇ ਪਾਸੇ ਜਾ ਸਕਦੀ ਹੈ, ਇੱਕ ਤੱਟ ਤੇ ਜਾ ਸਕਦੀ ਹੈ, ਦੂਸਰੇ ਤੱਟ ਤੇ ਜਾ ਸਕਦੀ ਹੈ। ਮਨੁੱਖ ਸ਼ੁਭ ਕਰਮ ਕਰ ਸਕਦਾ ਹੈ, ਅਸ਼ੁਭ ਕਰਮ ਕਰ ਸਕਦਾ ਹੈ, ਅੱਛਾ ਕਰ ਸਕਦਾ ਹੈ, ਬੁਰਾ ਕਰ ਸਕਦਾ ਹੈ, ਲੇਕਿਨ ਉਸ ਦੀ ਬਣਾਈ ਹੋਈ ਮਰਿਆਦਾ ਵਿੱਚ ਹੀ ਸਭ ਕੁਝ ਹੋ ਸਕੇਗਾ, ਉਸ ਦੀ ਦਿੱਤੀ ਹੋਈ ਸਮਰੱਥਾ ਦੇ ਵਿੱਚ ਹੀ ਸਭ ਕੁਝ ਹੋ ਸਕੇਗਾ। ਸਾਗਰ ਦੇ ਚੋਂ ਬਾਹਰ ਨਿਕਲ ਕੇ ਮੱਛਲੀ ਕੁਝ ਵੀ ਨਹੀਂ ਕਰ ਸਕਦੀ। ਮਨੁੱਖ ਜੋ ਕੁਝ ਵੀ ਕਰ ਰਿਹਾ ਉਸ ਹੁਕਮੀ ਦੇ ਹੁਕਮ ਦੇ ਵਿੱਚ ਹੀ ਕਰ ਰਿਹਾ। ਉਸ ਦੇ ਹੁਕਮ ਤੋਂ ਅਸੀਂ ਬਾਹਰ ਨਹੀਂ ਹਾਂ। ਆਕਾਸ਼ ਨੇ ਸਾਰਿਆਂ ਨੂੰ ਆਪਣੇ ਵਿੱਚ ਘੇਰਿਆ ਹੋਇਆ ਹੈ। ਅਸੀਂ ਸਾਰੇ ਆਕਾਸ਼ ਦੇ ਚ ਹਾਂ, ਅਸੀਂ ਸਾਰੇ ਪ੍ਰਮਾਤਮਾ ਦੇ ਚ ਹਾਂ। ਹਾਂ, ਮੱਛਲੀ ਨੂੰ ਭੁਲੇਖਾ ਹੋ ਜਾਂਦਾ ਹੈ। ਕਈ ਦਫਾ ਮੱਛੀ ਤੋਂ ਜ਼ਰੂਰ ਪੁੱਛਦੀ ਹੈ ਸਾਗਰ ਕਿੱਥੇ ਹੈ। ਬੜਾ ਨਾਂ ਸੁਣਿਆ ਸਾਗਰ ਦਾ, ਬੜੀ ਮਹਿਮਾ ਸੁਣੀ ਹੈ ਸਾਗਰ ਦੀ। ਲੋਕੀ ਉਸ ਨੂੰ ਰਤਨਾਕਰ ਕਹਿੰਦੇ ਨੇ, ਰਤਨਾਂ ਦੀ ਖਾਣ ਕਹਿੰਦੇ ਨੇ। ਸਾਗਰ ਹੈ ਕਿੱਥੇ? ਤੋ ਮੱਛੀ ਤੇ ਮੱਛੀ ਹੈ। ਮਨੁੱਖ ਵੀ ਪੁੱਛਦਾ ਹੈ ਪਰਮਾਤਮਾ ਹੈ ਕਿੱਥੇ, ਈਸ਼ਵਰ ਹੈ ਕਿੱਥੇ, परमात्मा किथे है। ये प्रश्न ऐसा है जैसे कोई मछली आखे सागर है किथे, समुंदर है किथे। इनू कौन आखे तू समुंदर दे विच ही है, तू सागर दे विच ही है। बंदे नू कौन दसे तू परमात्मा दे अंदर ही है। परमात्मा ने तेनू घेरे होया, तू परमात्मा दे विच ही सब कुछ कर रहे हैं। जैसे मच्छी मच्छी नू खा रही है तो सागर दे विच ही खा रही है। जैसे मच्छी मच्छी दी पालना कर रही है तो सागर दे विच ही कर रही है। कोई मनुख परोपकार कर रहा है तो परमात्मा दे विच कर रहा है, कोई मनुख दुराचार कर रहा है तो परमात्मा दे विच ही कर रहा है। हुक्म अंदर सबको, बाहर हुक्म ना कोई। दरअसल इस पंक्ति नू समझण लई दिमाग दे उत्ते बहुत जोर देना पेगा। हुक्म दे सब कुछ है, भाव सागर दे च ही मच्छी दा जीवन है। गल जिहड़ी है वो इतनी है।
ਔਰ ਸਾਗਰ ਦੇ ਵਿੱਚ ਮੱਛੀ ਸਭ ਕੁਝ ਕਰ ਰਹੀ ਹੈ, ਗੰਦ ਵੀ ਸੁੱਟ ਰਹੀ ਹੈ, ਬੱਚਿਆਂ ਦੀ ਪਾਲਣਾ ਵੀ ਕਰ ਰਹੀ ਹੈ, ਛੋਟੇ ਛੋਟੇ ਬੱਚਿਆਂ ਨੂੰ ਖਾ ਵੀ ਰਹੀ ਹੈ, ਅਨਰਥ ਵੀ ਕਰ ਰਹੀ ਹੈ, ਅਰਥ ਵੀ ਕਰ ਰਹੀ ਹੈ। ਮਨੁੱਖ ਜੋ ਕੁਝ ਵੀ ਕਰ ਰਿਹਾ ਹੈ ਪਰਮਾਤਮਾ ਦੇ ਵਿੱਚ ਕਰ ਰਿਹਾ ਹੈ। ਇਹ ਸਮਝ ਆਉਂਦੀ ਹੈ ਉਸ ਨੂੰ ਜਿਸ ਨੂੰ ਪਰਮਾਤਮਾ ਦਾ ਬੋਧ ਹੋ ਜਾਏ। ਫਿਰ ਇਸ ਤਰ੍ਹਾਂ ਦਾ ਮਨੁੱਖ ਇਸ ਰਾਜ ਤੇ ਰਹੱਸ ਨੂੰ ਸਮਝ ਕੇ ਪਰਮ ਆਨੰਦ ਦੀ ਦੁਨੀਆ ਵਿੱਚ ਅੱਠੇ ਪੈਰ ਡੁੱਬਿਆ ਰਹਿੰਦਾ ਹੈ। ਤੋ ਸਤਿਗੁਰ ਕਹਿ ਰਹੇ ਨੇ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਰੇਤ ਦੇ ਜ਼ਰਰੇ ਤੋਂ ਲੈ ਕੇ ਸੂਰਜ ਤੱਕ, ਕੀੜੀ ਤੋਂ ਲੈ ਕੇ ਹਾਥੀ ਤੱਕ, ਸਭ ਕੁਝ ਹੁਕਮ ਦੇ ਵਿੱਚ ਹੈ, ਸਭ ਕੁਝ ਪ੍ਰਭੂ ਦੇ ਵਿੱਚ ਹੈ, ਸਭ ਕੁਝ ਉਸ ਦੀ ਬਣਾਈ ਹੋਈ ਮਰਿਆਦਾ ਦੇ ਵਿੱਚ ਹੈ। ਹੁਣ ਸਤਿਗੁਰੂ ਦਾ ਫਰਮਾਨ ਹੈ, ਨਾਨਕ ਹੁਕਮੇ ਜੇ ਬੁਝੈ, ਤਾਂ ਹਉ ਮੈਂ ਕਹੇ ਨਾ ਕੋਏ। ਸਤਿਗੁਰ ਕਹਿੰਦੇ ਨੇ ਇਸ ਹੁਕਮ ਦੀ ਜੇ ਕਿਧਰੇ ਬੰਦੇ ਨੂੰ ਸਮਝ ਆ ਜਾਏ ਤਾਂ ਮਨੁੱਖ ਦਾ ਕਰਤਾ ਭਾਵ ਖੋ ਜਾਏਗਾ। ਉਹਨੇ ਇਹ ਨਹੀਂ ਆਖੇਗਾ ਮੈਂ ਵੀ ਕਰਤਾ, ਮੈਂ ਵੀ ਹਾਂ, ਹਉ ਮੈਂ ਕਹੇ ਨਾ ਕੋਏ। ਫਿਰ ਕਿਸੇ ਨੇ ਹੰਕਾਰ ਨਹੀਂ ਕਰਨਾ, ਮੈਂ ਵੀ ਹਾਂ ਐਸਾ ਫਿਰ ਕਿਸੇ ਨੇ ਕੁਝ ਨਹੀਂ ਕਹਿਣਾ। ਫਿਰ ਤੇ ਹਰ ਇੱਕ ਨੇ ਕਹਿਣਾ ਜੋ ਕੁਝ ਹੈ ਸਾਗਰ ਹੈ, ਸਾਗਰ ਸਾਡਾ ਜੀਵਨ ਹੈ, ਸਾਗਰ ਤੋਂ ਹੀ ਸਾਡਾ ਜਨਮ ਹੈ, ਸਾਗਰ ਦੇ ਵਿੱਚ ਹੀ ਸਾਰਾ ਸਾਡਾ ਮਰਨ ਹੈ। ਜੋ ਕੁਝ ਵੀ ਹੈ ਸਾਗਰ ਹੀ ਹੈ, ਸਾਗਰ ਹੀ ਹੈ। ਪਰ ਜੇ ਇਸ ਦਾ ਬੋਧ ਨਾ ਹੋਵੇ ਤਾਂ ਫਿਰ ਮਨੁੱਖ ਅਹੰਗ ਭਾਵ ਦੇ ਵਿੱਚ ਜੀਉਂਦਾ ਹੈ। ਮੈਂ ਜੀ ਰਿਹਾ ਆਪਣੇ ਪਰਿਵਾਰ ਦੇ ਵਿੱਚ, ਮੈਂ ਸ਼ੁਭ ਕਰਮ ਕਰ ਰਿਹਾ, ਮੈਂ ਦਾਨ ਕਰ ਰਿਹਾ, ਮੈਂ ਪੁੰਨ ਕਰ ਰਿਹਾ, ਮੈਂ ਸ਼ੁਭ ਕਰ ਰਿਹਾ, ਮੈਂ ਅਸ਼ੁਭ ਕਰ ਰਿਹਾ, ਮੈਂ ਦੇ ਵਿੱਚ ਜੀਵਣਾ ਅਧਰਮ ਹੈ, ਤੂੰ ਦੇ ਵਿੱਚ ਜੀਵਣਾ ਧਰਮ ਹੈ। ਜਿਹਦਾ ਮੈਂ ਮਿਟ ਗਿਆ ਉਹ ਧਰਮੀ ਹੈ, ਜਿਸ ਦੇ ਅੰਦਰੋਂ ਤੂੰ ਮਿਟ ਗਿਆ ਉਹ ਅਧਰਮੀ ਹੈ। ਜਿਹੜਾ ਹਰ ਵਕਤ ਮੈਂ ਦੇ ਬੋਧ ਦੇ ਵਿੱਚ ਜੀਵਦਾ ਹੈ ਸੰਸਾਰੀ ਹੈ, ਜਿਹੜਾ ਤੂੰ ਦੇ ਬੋਧ ਦੇ ਜੀਵਦਾ ਹੈ ਬਸ ਉਹੀ ਭਗਤ ਹੈ, ਉਹੀ ਧਾਰਮਿਕ ਹੈ। ਤੂੰ ਹੈ, ਤੂੰ ਹੈ, ਤੂੰ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਸਨਾ ਤੋਂ ਜਦ ਵਾਕ ਨਿਕਲਿਆ ਤੂੰ ਹੀ, ਭਾਈ ਮਨੀ ਸਿੰਘ ਲਿਖ ਰਹੇ ਸਨ, तो तू ही, तू ही, तू ही, यही बोली गए, यही बोली गए। जैसे गुरु नानक देव जी महाराज की रसना तो निकलिया सी, तकड़ी तोलदे होया तेरा तेरा तेरा, ऐसे तेरे भाव दे लीन होए मेरा भाव भी खो गया, मैं ही मिट गया। ते जब तेरा भाव भी रह जाए, मेरा मिट जाए, बस इस धर्म की शिखरता नूं मनुख ने छो लिया। ते जिथे तेरा ही मिट जाए, मेरा मेरा मेरा, जितना मेरा मेरा वधदा है उतना दुख वधदा है, जितना तेरा तेरा वधदा है उतनियां बरकतां वधदियां ने, उतना सुख वधदा है। सतगुरु दा फरमान भी है, जब लग मेरी मेरी करे, तब लग काज एक नहीं सरे, जब मेरी मेरी मिट जाए, तब प्रभ काज सवारे। जिथे मैं मिट जांदा है उत्थे फिर तूं दा जन्म होंदा है।